ਕਰੋਨਾ ਵਾਇਰਸ ਬੇਹੱਦ ਸੂਖਮ ਤੇ ਬੇਹੱਦ ਖਤਰਨਾਕ, ਜਿਹਨੂੰ ਅਸੀਂ ਨੰਗੀ ਅੱਖ ਨਾਲ ਦੇਖ ਵੀ ਨਹੀਂ ਸਕਦੇ। ਸਾਡੀ ਜ਼ਿੰਦਗੀ ਉਹਨੇ ਤਹਿਸ ਨਹਿਸ ਕਰ ਦਿੱਤੀ ਹੈ। ਸਾਨੂੰ ਸੋਚਣ ਵਾਸਤੇ ਕਰੋਨਾ ਵਾਇਰਸ ਨੇ ਮਜਬੂਰ ਕਰ ਦਿੱਤਾ ਹੈ ਕਿ ਜਿਨ੍ਹਾਂ ਰਸਤਿਆਂ ਦੇ ਉੱਤੇ ਅਸੀਂ ਚੱਲਦੇ ਪਏ ਹੈਗੇ ਹਾਂ, ਕੀ ਉਹ ਰਸਤੇ ਸਹੀ ਨੇ ਜਾਂ ਫਿਰ ਸਾਨੂੰ ਆਪਣੀਆਂ ਜਿਹੜੀਆਂ ਮੁਹਾਰਾਂ ਨੇ ਉਹ ਮੋੜਨੀਆਂ ਪੈਣਗੀਆਂ। ਤੁਹਾਡੇ ਸਾਰਿਆਂ ਕੋਲ ਬਹੁਤ ਸਾਰੀ ਇਨਫੋਰਮੇਸ਼ਨ ਹੈ, ਕੁਝ ਸਹੀ ਹੈ ਅਤੇ ਕੁਝ ਗਲਤ ਹੈਗੀ ਹੈ, ਅਤੇ ਤੁਹਾਡੇ ਸਾਰਿਆਂ ਕੋਲ ਬਹੁਤ ਸਾਰੇ ਸਵਾਲ ਹੈਗੇ ਆ ਕਰੋਨਾ ਵਾਇਰਸ ਦੇ ਬਾਰੇ। ਮੈਂ ਜਾਪ ਸਿੰਘ ਅਤੇ ਮੈਂ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਵਿੱਚ MD ਹਾਂ। ਆਈ ਵਰਕ ਹੀਅਰ ਐਜ਼ ਅ ਕਲੀਨਿਕਲ ਡਾਕੂਮੈਂਟ ਸਪੈਸ਼ਲਿਸਟ, ਅਤੇ ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਆਇਆ, ਤੁਹਾਡੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਲੈ ਕੇ ਆਇਆ। ਤੁਹਾਨੂੰ ਇਹੀ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਵਾਇਰਸ ਹੈ ਇਹ 2002 ਦੇ ਵਿੱਚ ਐਜ਼ ਅ ਸਾਰਸ ਬਣ ਕੇ ਆਇਆ ਸੀਗਾ। ਉਹ ਵੀ ਕਰੋਨਾ ਵਾਇਰਸ ਦੀ ਇੱਕ ਟਾਈਪ ਸੀਗੀ। ਉਸ ਤੋਂ ਬਾਅਦ 2012 ਦੇ ਵਿੱਚ ਸੇਮ ਵਾਇਰਸ ਜਿਹੜਾ ਹੈਗਾ ਮਿਊਟੇਟ ਹੋ ਕੇ ਉਹਦੀ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਉਹਦੇ 'ਚ ਮਿਊਟੇਟ ਹੋ ਕੇ ਇਹ ਮਰਜ਼ ਬਣ ਕੇ ਆਇਆ ਅਰੇਬੀਅਨ ਕੰਟਰੀਜ਼ ਦੇ ਵਿੱਚ, ਅਤੇ ਉਸ ਤੋਂ ਬਾਅਦ ਹੁਣ 2019 ਦੇ ਵਿੱਚ ਕਰੋਨਾ ਵਾਇਰਸ ਬਣ ਕੇ ਆਇਆ। ਅਗੇਨ ਇਹਦੀ ਮਿਊਟੇਸ਼ਨ ਹੋਈ ਹੈ ਅਤੇ ਹੁਣ ਕਰੋਨਾ ਵਾਇਰਸ ਬਣ ਕੇ ਆਇਆ। ਜਿਹੜੀ ਇਹ ਡਿਜ਼ੀਜ਼ ਕਰਦਾ ਹੈਗਾ ਉਹਨੂੰ COVID-19 ਕਹਿੰਦੇ ਆ, ਕਿਉਂਕਿ 2019 ਨਵੰਬਰ ਦਸੰਬਰ ਦੇ ਵਿੱਚ ਚਾਈਨਾ ਦੇ ਵਿੱਚ ਵੂਹਾਨ ਦੇ ਵਿੱਚ ਇਹ ਪੈਦਾ ਹੋਇਆ। ਉੱਥੇ ਮਿਊਟੇਟ ਹੋਇਆ ਜਾਂ ਕਿਤੇ ਹੋਰ ਮਿਊਟੇਟ ਹੋਇਆ, ਪਰ ਇਹਦੀ ਜਿਹੜੀ ਸ਼ੁਰੂਆਤ ਹੈ ਨਵੰਬਰ 2019 ਦੇ ਵਿੱਚ ਚਾਈਨਾ ਵਿੱਚ ਹੋਈ ਹੈ, ਵੂਹਾਨ ਵਿੱਚ। ਸੀਵੀਅਰ ਅਕਿਊਟ ਰੈਸਪੀਰੇਟਰੀ ਡਿਸਟ੍ਰੈਸ ਸਿੰਡਰੋਮ। ਮੈਂ ਕਿਹਾ ਬੋਰਡ 'ਤੇ ਸਮਝਾ ਦਿਆਂ, ਕਿਉਂਕਿ ਬੋਰਡ 'ਤੇ ਸਮਝਾਉਣਾ ਜਿਹੜਾ ਹੈਗਾ ਈਜ਼ੀ ਹੈਗਾ। ਸੋ ਇਹ ਦੇਖੋ, ਇਹ ਬੈਟ ਹੈਗੀ ਆ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਚਮਗਾਦੜ ਕਹਿੰਦੇ ਹੈਗੇ ਆ, ਅਤੇ ਇਹ ਸਿਵਟ ਆ। ਸੋ ਜਿਹੜਾ ਇਹ ਵਾਇਰਸ ਹੈਗਾ ਸੀਗਾ ਕਰੋਨਾ ਵਾਇਰਸ 2002 ਦੇ ਵਿੱਚ ਇਹ ਮਿਊਟੇਟ ਹੋਇਆ ਸੀਗਾ ਬੈਟ ਦੇ ਵਿੱਚ, ਚਮਗਾਦੜ ਦੇ ਵਿੱਚ। ਇੱਥੋਂ ਮਿਊਟੇਟ ਹੋਇਆ ਅਤੇ ਮਿਊਟੇਟ ਹੋ ਕੇ ਇਹ ਟਰਾਂਸਫਰ ਹੋ ਗਿਆ। ਇਹਨੂੰ ਇੰਟਰਮੀਡੀਏਟ ਹੋਸਟ ਕਹਿੰਦੇ ਆ ਸਿਵਟ ਦੇ ਵਿੱਚ। ਇੱਕ ਤਰ੍ਹਾਂ ਦੀ ਬਿੱਲੀ ਹੁੰਦੀ ਹੈ ਇੱਥੇ, ਇਹ ਉਹਦੇ ਵਿੱਚ ਪਾਇਆ ਜਾਂਦਾ ਹੈਗਾ। ਉੱਥੋਂ ਮਿਊਟੇਟ ਹੋ ਕੇ ਗਿਆ, ਇੱਥੇ ਇਹਨੇ ਜਾ ਕੇ ਹਿਊਮਨਸ ਨੂੰ ਇਨਫੈਕਟ ਕਰਤਾ, ਇਹਨੇ ਜਾ ਕੇ ਸਾਨੂੰ ਇਨਫੈਕਟ ਕੀਤਾ, ਠੀਕ ਹੈ। ਫਿਰ ਹੁਣ ਸੇਮ ਜਿਹੜਾ ਵਾਇਰਸ ਹੈਗਾ ਕਰੋਨਾ ਵਾਇਰਸ, ਇਹ ਉਹਦੀ ਟਾਈਪ ਹੀ ਹੈ ਜਿਹੜਾ ਇਹ ਸਾਰਸ ਹੈ। ਸੋ 2012 ਦੇ ਵਿੱਚ ਅਗੇਨ ਜਿਹੜਾ ਹੈਗਾ ਅਗੇਨ ਇਹ ਮਿਊਟੇਟ ਹੋਇਆ ਬੈਟ ਦੇ ਵਿੱਚ, ਚਮਗਾਦੜ ਦੇ ਵਿੱਚ, ਠੀਕ ਹੈ। ਉਦੋਂ ਆਪਾਂ ਇਹਨੂੰ ਕਹਿੰਦੇ ਸੀਗੇ ਮਰਜ਼, ਓਕੇ ਜੀ। ਮਿਡਲ ਈਸਟਰਨ ਵਨ ਆਫ ਦਾ ਅਰੇਬੀਅਨ ਕੰਟਰੀਜ਼ ਦੇ ਵਿੱਚ ਜਿਹੜਾ ਹੈਗਾ ਇਹ ਉੱਥੇ ਹੋਇਆ ਸੀਗਾ, ਅਤੇ ਉੱਥੇ ਫੈਟੈਲਿਟੀ ਰੇਟ ਕਾਫੀ ਸੀਗਾ, ਮੌਤਾਂ ਕਾਫੀ ਹੋਈਆਂ ਸੀਗੀਆਂ, ਠੀਕ ਹੈ ਜੀ। ਇਹ ਮਿਊਟੇਟ ਹੋ ਕੇ ਕੈਮਲ 'ਚ ਚਲਾ ਜਾਂਦਾ, ਕਿਉਂਕਿ ਉੱਥੇ ਊਠ ਹੁੰਦੇ ਆ। ਮੁੜ ਕੇ ਇਹਨੇ ਕੀ ਕੀਤਾ ਹੈਗਾ ਕਿ ਸਾਡੇ ਹਿਊਮਨਸ ਨੂੰ ਇਹਨੇ ਅਗੇਨ ਇਨਫੈਕਟ ਕੀਤਾ, ਅਤੇ ਇੱਥੇ ਕਾਫੀ ਮੌਤਾਂ ਹੋਈਆਂ ਸੀ। ਫੈਟੈਲਿਟੀ ਰੇਟ ਜਿਹੜਾ ਸੀ ਉਹ ਕਾਫੀ ਹੈਗਾ ਸੀਗਾ। ਹੁਣ ਇਨ 2019 ਦੇ ਵਿੱਚ ਆਲਮੋਸਟ ਆਈ ਗੈਸ ਹਾਲੇ ਅਕਤੂਬਰ ਨਵੰਬਰ ਦੇ ਵਿੱਚ ਜਾਂ ਨਵੰਬਰ ਦਸੰਬਰ ਦੇ ਵਿੱਚ ਵੂਹਾਨ ਦੇ ਵਿੱਚ ਅਗੇਨ ਇਹਦੀ ਫਿਰ ਮਿਊਟੇਸ਼ਨ ਹੋਈ ਹੈ ਬੈਟ ਦੇ ਵਿੱਚ। ਤੁਸੀਂ ਹੈਰਾਨ ਹੋਵੋਗੇ ਕਿ ਬੈਟ ਨੂੰ, ਚਮਗਾਦੜ ਨੂੰ ਇਹਨੇ ਕਦੇ ਵੀ ਕੁਛ ਨਹੀਂ ਕਿਹਾ ਹੈਗਾ, ਔਰ ਮੈਨੂੰ ਨਹੀਂ ਲੱਗਦਾ ਕਿ ਇੰਟਰਮੀਡੀਏਟ ਹੋਸਟ ਨੂੰ ਵੀ ਇਹ ਕਦੇ ਕੁਛ ਕਹਿੰਦਾ ਹੈਗਾ, ਰਾਈਟ। ਹੁਣ ਇੱਕ ਨਵਾਂ ਐਨੀਮਲ ਹੈ, ਇਹਨੂੰ ਕਹਿੰਦੇ ਹੈਗੇ ਆ, ਇਹਦੀਆਂ ਨਾ ਹੁੰਦੀਆਂ ਨੇ ਕਿ ਉਹਨੂੰ ਕਹਿੰਦੇ ਆ ਸਪਾਈਕਸ ਹੁੰਦੀਆਂ ਨੇ ਬਹੁਤ ਜ਼ਿਆਦਾ। ਇਹ ਜੰਗਲਾਂ 'ਚ ਹੁੰਦਾ, ਇਹਨੂੰ ਕਹਿੰਦੇ ਹੈਗੇ ਆ ਪੈਂਗੋਲਿਨ ਕਹਿੰਦੇ ਹੈਗੇ ਆ। ਪੈਂਗੋਲਿਨ ਦੇ ਵਿੱਚ ਇਹ ਆ ਗਿਆ, ਇੱਕ ਜਿਵੇਂ ਬਹੁਤ ਵੱਡਾ ਕਿਰਲਾ ਟਾਈਪ ਨਹੀਂ ਹੁੰਦਾ ਗਾ, ਪੈਂਗੋਲਿਨ ਦੇ ਵਿੱਚ ਆਇਆ, ਇੱਥੋਂ ਮਿਊਟੇਟ ਹੋ ਕੇ ਇੱਥੇ ਆਇਆ। ਇੱਥੋਂ ਆ ਕੇ ਇਹਨੇ ਅਗੇਨ ਵੂਹਾਨ ਜਿੱਥੇ ਉਹ ਮੀਟ ਵੇਚਦੇ ਪਏ ਸੀ, ਮੀਟ ਦੀਆਂ ਸ਼ਾਪ ਸੀਗੀਆਂ, ਉੱਥੇ ਇਹਦਾ ਮੀਟ ਵੀ ਵੇਚਦੇ ਆ, ਸਨੇਕ ਵੀ ਵੇਚਦੇ, ਹੋਰ ਬਹੁਤ ਕੁਝ ਵੇਚਦੇ ਹੈਗੇ ਆ, ਡਿਫਰੈਂਟ ਐਨੀਮਲਸ। ਇਹਨੇ ਫੇਰ ਆ ਕੇ ਹਿਊਮਨਸ ਨੂੰ ਇਨਫੈਕਟ ਕੀਤਾ, ਅਤੇ ਇਸ ਵਾਰੀ ਇਸ ਕਰੋਨਾ ਵਾਇਰਸ ਨੂੰ ਅਸੀਂ COVID-19 ਦੇ ਨਾਮ ਨਾਲ ਜਾਣਦੇ ਹਾਂ, ਕਿਉਂਕਿ 2019 ਨਵੰਬਰ ਦਸੰਬਰ ਦੇ ਵਿੱਚ ਇਹਨੇ ਇਨਫੈਕਟ ਕੀਤਾ। ਜਿਹੜੀ ਡਿਜ਼ੀਜ਼ ਹੁੰਦੀ ਹੈ ਇੱਥੋਂ ਸਾਰੀ, ਉਹਨੂੰ ਆਪਾਂ COVID-19 ਕਹਿੰਦੇ ਹੈਗੇ ਆ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਹੈਗਾ ਕਿ ਜਿਹੜੇ ਸਾਨੂੰ ਹਰ ਸੀਜ਼ਨ ਦੇ ਵਿੱਚ ਆਲਮੋਸਟ ਸਾਨੂੰ ਕਾਮਨ ਕੋਲਡ ਕਰਦੇ ਆ ਜਿਹੜੇ ਵਾਇਰਸਿਸ, ਉਹ ਵੀ ਕਰੋਨਾ ਵਾਇਰਸ ਹੈਗੇ ਆ, ਰਾਈਟ। ਸੋ ਬਹੁਤ ਸਾਰੇ ਵਾਇਰਸਿਸ ਨੇ ਜਿਹੜੇ ਸਾਨੂੰ ਕੋਲਡ ਕਰਦੇ ਰਹਿੰਦੇ ਹੈਗੇ ਆ। ਫਿਰ ਕੋਲਡ ਨੂੰ ਆਪੇ ਹੀ ਆਰਾਮ ਆ ਜਾਂਦਾ, ਜਾਂ ਅਸੀਂ ਕੁਛ ਦਵਾਈਆਂ ਲੈਂਦੇ ਹਾਂ ਤਾਂ ਫਿਰ ਜਾ ਕੇ ਸਾਨੂੰ ਆਰਾਮ ਆਉਂਦਾ ਹੈਗਾ। ਸੋ ਇਹ ਉਹਨਾਂ ਵਾਇਰਸਿਸ ਤੋਂ ਕਿਵੇਂ ਡਿਫਰੈਂਟ ਹੈਗਾ, ਅਤੇ ਇੰਨਾ ਖਤਰਨਾਕ ਕਿਉਂ ਹੈਗਾ, ਉਹ ਇਹਦੀ ਮਿਊਟੇਸ਼ਨ ਕਿਉਂ ਹੋਈ। ਬਹੁਤ ਸਾਰੇ ਜਿਹੜੇ ਹੈਗੇ ਨੇ ਅਨਆਨਸਰਡ ਕੁਐਸਚਨਸ ਹੈਗੇ ਆ, ਜਿਹੜੇ ਮੈਂ ਇੱਥੇ ਐਡਰੈਸ ਕਰਾਂਗਾ ਅਤੇ ਤੁਹਾਨੂੰ ਦੱਸਾਂਗਾ ਵੀ ਇਹ ਸਾਰਾ ਕਿੱਦਾਂ ਹੋਇਆ, ਕਿਉਂ ਹੋਇਆ,
ਤੇ ਮੈਂ ਗੱਲ ਕਰ ਰਿਹਾ ਸੀਗਾ ਕੇਸ ਫੈਟੈਲਿਟੀ ਰੇਸ਼ੋ। ਕੇਸ ਫੈਟੈਲਿਟੀ ਰੇਸ਼ੋ ਹੁੰਦੀ ਕੀ ਆ? ਕੇਸ ਫੈਟੈਲਿਟੀ ਰੇਸ਼ੋ ਹੈਗੀ ਆ ਬੇਸਿਕਲੀ ਟੋਟਲ ਨੰਬਰ ਆਫ ਡੈਥਸ ਡਿਵਾਈਡਡ ਬਾਈ ਟੋਟਲ ਨੰਬਰ ਆਫ ਕੇਸਿਸ। ਜਿੰਨੇ ਵੀ ਬੰਦੇ ਇਨਫੈਕਟ ਹੋ ਕੇ ਸਾਰੇ ਹਸਪਤਾਲਾਂ 'ਚ ਆਏ ਨੇ, ਉਹਨਾਂ ਵਿੱਚੋਂ ਕਿੰਨੇ ਬੰਦਿਆਂ ਦੀ ਮੌਤ ਹੋਈ ਆ, ਠੀਕ ਹੈ ਜੀ, ਮਲਟੀਪਲਾਈ ਬਾਏ 100, ਉਹਨੂੰ ਕੇਸ ਫੈਟੈਲਿਟੀ ਰੇਸ਼ੋ ਕਹਿੰਦੇ ਨੇ। ਹੁਣ ਜਿਹੜਾ ਉਹ ਉੱਪਰ ਵਾਲਾ SARS ਹੈਗਾ 2002 ਦੇ ਵਿੱਚ, ਠੀਕ ਆ, ਟੋਟਲ ਜਿਹੜੀਆਂ ਡੈਥਸ ਹੋਈਆਂ ਸੀ ਬਿਕਾਜ਼ ਆਫ ਦਾ SARS 800 ਡੈਥਸ ਹੋਈਆਂ ਸੀ, ਤੇ ਟੋਟਲ ਨੰਬਰ ਆਫ ਜਿਹੜੇ ਕੇਸਿਸ ਆਏ ਸੀਗੇ ਉਹ ਸੀਗੇ 8000 ਮਲਟੀਪਲਾਈ ਬਾਏ 100 ਇਜ਼ ਇਕੁਅਲ ਟੂ, ਇਹ ਆ ਗਿਆ ਬੜਾ ਸਿੰਪਲ ਦਾ ਹੀ ਆ ਤਾਂ 10%, ਠੀਕ ਹੈ ਜੀ। ਹੁਣ ਦੂਜੀ ਗੱਲ ਇਹ ਹੈ, ਜਿਹੜਾ ਆ ਦੂਜਾ ਸੀਗਾ 2012 ਦੇ ਵਿੱਚ ਜਿਹੜਾ ਮਰਜ਼ ਸੀਗਾ, ਮਿਡਲ ਈਸਟਰਨ ਸੀਗਾ, ਇਹਦੇ ਨਾਲ ਜਿਹੜੀਆਂ ਟੋਟਲ ਨੰਬਰ ਆਫ ਡੈਥਸ ਹੋਈਆਂ ਸੀਗੀਆਂ ਉਹ ਸੀਗੀਆਂ 850 ਡਿਵਾਈਡਡ ਬਾਏ ਟੋਟਲ ਨੰਬਰ ਆਫ ਕੇਸਿਸ ਸੀਗੇ 2500 ਐਂਡ ਮਲਟੀਪਲਾਈ ਬਾਏ 100, ਠੀਕ ਹੈ ਜੀ, ਤੇ ਇਟ ਕੇਮ ਟੂ 34%। 1,65,000 ਦੇ ਕਰੀਬ ਡੈਥਸ ਹੋ ਚੁੱਕੀਆਂ ਨੇ, ਤੇ ਜਿਹੜੇ ਟੋਟਲ ਨੰਬਰ ਆਫ ਕੇਸਿਸ ਬਹੁਤ ਜ਼ਿਆਦਾ ਵੱਧ ਗਏ ਨੇ, 2 ਕਰੋੜ ਹੋ ਗਏ ਆ, 2 ਕਰੋੜ 40 ਲੱਖ, ਤੇ ਆਲਮੋਸਟ 2076, ਮਤਲਬ ਕਿ 2000 ਹੋਰ, ਠੀਕ ਹੈ ਜੀ। ਸੋ ਮਲਟੀਪਲਾਈ ਬਾਏ 100, ਤੇ ਜਿਹੜੀ ਇਹ ਕੇਸ ਫੈਟੈਲਿਟੀ ਰੇਸ਼ੋ ਕੋਵਿਡ ਵਾਸਤੇ ਆਈ ਆ ਓਨਲੀ 6.87% ਆਈ ਆ। ਔਰ ਤੁਸੀਂ ਦੇਖੋਗੇ ਐਜ਼ ਕੰਪੇਅਰ ਟੂ SARS ਔਰ ਐਜ਼ ਕੰਪੇਅਰ ਟੂ ਮਰਜ਼, ਕੋਵਿਡ ਦੀ ਜਿਹੜੀ ਕੇਸ ਫੈਟੈਲਿਟੀ ਰੇਸ਼ੋ ਬਹੁਤ ਘੱਟ ਹੈ, ਬਹੁਤ ਘੱਟ ਹੈ। ਕਿਉਂਕਿ ਇਹਦਾ ਰੀਜ਼ਨ ਕੀ ਹੈ? ਕਿਉਂਕਿ ਜਿਹੜਾ ਕੋਵਿਡ ਜਿਹੜਾ ਹੈਗਾ ਇਹ ਕੀ ਕਰ ਰਿਹਾ ਹੈਗਾ ਕਿ ਬਹੁਤ ਸਾਰੇ ਲੋਕਾਂ ਨੂੰ ਇਨਫੈਕਟ ਕਰ ਰਿਹਾ ਹੈਗਾ, ਬਹੁਤ ਜ਼ਿਆਦਾ ਪਾਪੂਲੇਸ਼ਨ ਨੂੰ ਜਿਹੜਾ ਹੈਗਾ ਇਨਫੈਕਟ ਕਰ ਰਿਹਾ, ਔਰ ਨੰਬਰ ਆਫ ਜਿਹੜੀਆਂ ਡੈਥਸ ਹੈਗੀਆਂ ਨੇ ਐਜ਼ ਕੰਪੇਅਰ ਟੂ ਦ ਟੋਟਲ ਨੰਬਰ ਆਫ ਕੇਸਿਸ ਦੇ ਆਰ ਵੈਰੀ ਲੈਸ, ਸੋ ਬਹੁਤ ਘੱਟ ਨੇ ਨੰਬਰ ਆਫ ਡੈਥਸ, ਠੀਕ ਹੈ ਜੀ। ਇਹ ਤਾਂ ਹੋ ਗਈ ਆਪਣੀ ਕੇਸ ਫੈਟੈਲਿਟੀ ਰੇਸ਼ੋ। ਹੁਣ ਆਪਾਂ ਕੰਪੇਅਰ ਕਰਦੇ ਹੈਗੇ ਆ, ਇੱਕ ਚੀਜ਼ ਹੁੰਦੀ ਹੈ R0। R0 ਦਾ ਮਤਲਬ ਇਹ ਹੈਗਾ ਕਿ ਬੇਸਿਕਲੀ ਜਿਹੜਾ ਇਨਫਲੂਐਂਜ਼ਾ ਵਾਇਰਸ ਆ ਉਹ ਵੀ ਕਰੋਨਾ ਵਾਇਰਸ ਹੈ। ਇਨਫਲੂਐਂਜ਼ਾ ਵਾਇਰਸ ਜਿਹੜਾ ਹੈਗਾ ਇੱਕ ਬੰਦੇ ਨੂੰ ਅੱਗੇ ਜਾ ਕੇ ਇੱਕ ਬੰਦਾ ਇਨਫੈਕਟ ਕਰਦਾ ਹੈਗਾ। ਜਿੱਦਾਂ ਹੁਣ ਮੈਂ ਇੱਥੇ ਛਿੱਕ ਮਾਰਾਂ, ਨਿੱਛ ਮਾਰਾਂ ਜਾਂ ਛਿੱਕ ਮਾਰਾਂ ਜਾਂ ਖਾਂਸੀ ਕਰਾਂ, ਤੇ ਜਿਹੜੇ ਰੈਸਪੀਰੇਸ਼ਨ ਜਿਹੜੇ ਸਕ੍ਰੀਸ਼ਨਸ ਹੈਗੇ ਆ ਉਹ ਮੰਨ ਲਓ 2 ਤੋਂ 4 ਜਾਂ 6 ਫੁੱਟ ਦੀ ਦੂਰੀ ਤੱਕ ਜਾਣਗੇ, ਇੱਕ ਬੰਦੇ ਤੋਂ ਇੱਕ ਬੰਦਾ ਹੀ ਇਨਫੈਕਟ ਹੋਏਗਾ। ਲੇਕਿਨ ਕਰੋਨਾ ਵਾਇਰਸ ਦੀ ਜਿਹੜੀ R0 ਰੇਸ਼ੋ ਹੈਗੀ ਆ ਉਹ ਥੋੜ੍ਹੀ ਜ਼ਿਆਦਾ ਹੈਗੀ ਆ। ਕਰੋਨਾ ਵਾਇਰਸ ਦੇ ਚੱਕਰ ਦੇ ਵਿੱਚ ਕੀ ਹੈਗਾ ਕਿ ਅਗਰ ਤੁਸੀਂ ਛਿੱਕ ਮਾਰਦੇ ਹੋ ਤੇ ਰੈਸਪੀਰੇਟਰੀ ਜਿਹੜੇ ਡ੍ਰੌਪਲੈਟਸ ਨੇ ਉਹ ਜਿਹੜੇ ਜਾਣਗੇ ਇੱਦਾਂ, ਠੀਕ ਹੈ ਜੀ, ਉਹ ਇੱਕ ਬੰਦੇ ਤੋਂ ਇੱਦਾਂ 2 ਜਾਂ 3 ਬੰਦਿਆਂ ਤੱਕ, 4 ਤੱਕ ਵੀ ਕਰ ਸਕਦੇ ਆ ਇਨਫੈਕਟ। ਸੋ ਇਨਫਲੂਐਂਜ਼ਾ ਵਿੱਚ 1 ਤੋਂ 1 ਹੋ ਰਿਹਾ ਸੀਗਾ ਇਨਫੈਕਟ, ਇੱਥੋਂ ਜਿਹੜੀ ਸਪਰੈਡੇਬਿਲਿਟੀ ਹੈ ਜਾਂ ਟਰਾਂਸਮਿਸ਼ਨ ਹੈਗੀ ਆ 1 ਤੋਂ 4 ਜਾਂ 1 ਤੋਂ 3 ਜਾਂ 1 ਤੋਂ 5 ਤੱਕ ਵੀ ਹੋ ਰਹੀ ਹੈ। ਕਿਉਂਕਿ ਇਹ ਜਿਹੜੇ ਸਾਰੇ ਏਰੀਆਜ਼ ਹੈਗੇ ਨੇ ਇਹ ਥੋੜ੍ਹੇ ਗ੍ਰੇ ਏਰੀਆਜ਼ ਨੇ, ਕਿਸੇ ਨੂੰ ਵੀ ਹਾਲੇ ਪਤਾ ਨਹੀਂ ਹੈਗਾ, ਕਿਉਂਕਿ ਸਾਰੇ ਹੀ ਕੰਟਰੀਜ਼ ਦੇ ਵਿੱਚ ਜਿਹੜੀ ਆ ਹਫੜਾ ਦਫੜੀ ਮਚੀ ਹੋਈ ਹੈ। ਇਹਦੇ 'ਤੇ ਹੌਲੀ ਹੌਲੀ ਕੰਮ ਹੋਏਗਾ, CDC ਕੰਮ ਕਰੇਗੀ, ਜੌਨ ਹੌਪਕਿਨ ਕੰਮ ਕਰੇਗੀ, WHO ਕੰਮ ਕਰੇਗਾ, ਰਾਈਟ। ਫਿਲਹਾਲ ਜਿਹੜੀ ਇਹ ਸਾਰੇ ਗ੍ਰੇ ਅਤੇ ਸ਼ੇਡਡ ਏਰੀਆਜ਼ ਨੇ, ਰਾਈਟ। ਹਾਂਜੀ, ਮੈਂ R0 ਰੇਸ਼ੋ ਦੀ ਗੱਲ ਕਰਦਾ ਪਿਆ ਸੀ। R0 ਦਾ ਮਤਲਬ ਇਹੀ ਹੁੰਦਾ ਹੈ ਡਿਗਰੀ ਆਫ ਸਪਰੈਡੇਬਿਲਿਟੀ, ਡਿਗਰੀ ਆਫ ਟਰਾਂਸਮਿਸ਼ਨ, ਇੱਕ ਬੰਦੇ ਤੋਂ ਅਗਾਂਹ ਕਿੰਨੇ ਬੰਦੇ ਹੋਰ ਇਨਫੈਕਟ ਹੋ ਰਹੇ ਆ, ਠੀਕ ਹੈ ਨਾ। ਸੋ ਜਿਹੜਾ ਕੋਵਿਡ ਹੈਗਾ ਉਹ ਇੱਕ ਬੰਦੇ ਤੋਂ ਅਗਾਂਹ 3 ਬੰਦਿਆਂ ਨੂੰ ਇਨਫੈਕਟ ਕਰਦਾ, 3 ਵੀ ਹੋ ਸਕਦੇ, 4 ਵੀ ਹੋ ਸਕਦੇ, ਐਟ ਦਾ ਮੈਕਸਿਮਮ 5 ਵੀ ਹੋ ਸਕਦੇ ਆ। ਤੇ ਤਾਂ ਹੀ ਉਹ ਕਹਿੰਦੇ ਕਿ 6 ਫੁੱਟ ਦੀ ਜਿਹੜੀ ਦੂਰੀ ਹੈ ਨਾ, ਜਿਹੜੀ 6 ਫੁੱਟ ਦੀ ਦੂਰੀ ਹੈ ਉਹ ਬਣਾ ਕੇ ਰੱਖੋ, ਠੀਕ ਹੈ ਨਾ। ਤੇ ਇਹ ਬਹੁਤ ਜ਼ਰੂਰੀ ਆ 6 ਫੁੱਟ ਦੀ ਦੂਰੀ ਬਣਾਉਣੀ, ਤਾਂ ਹੀ ਆਪਾਂ ਨੂੰ ਕੁਆਰੰਟੀਨ ਕੀਤਾ ਗਿਆ ਹੈਗਾ। ਸੋ ਇੱਕ ਬੰਦਾ ਜਿਹੜਾ ਹੈਗਾ ਕੋਵਿਡ ਦਾ ਉਹ ਗਾਂ 3 ਬੰਦਿਆਂ ਨੂੰ ਇਨਫੈਕਟ ਕਰਦਾ, ਇਹ ਜਿਹੜੇ 3 ਬੰਦੇ ਗਾਂ 9 ਬੰਦਿਆਂ ਨੂੰ ਇਨਫੈਕਟ ਕਰਨਗੇ, ਠੀਕ ਹੈ ਜੀ। ਇੱਕ ਨੇ ਇਹਨੂੰ 3 ਕੀਤੇ, ਫਿਰ ਇਹਨੇ 3 ਕੀਤੇ, ਇਹਨੇ
ਜਿਹੜੇ ਆਹ 9 ਹੈਗੇ ਗਾਂ 27 ਬੰਦਿਆਂ ਨੂੰ ਇਨਫੈਕਟ ਕਰਨਗੇ, ਠੀਕ ਹੈ। ਪਰ ਐਜ਼ ਕੰਪੇਅਰ ਟੂ ਜਿਹੜਾ ਆ ਇਨਫਲੂਐਂਜ਼ਾ ਵਾਇਰਸ ਹੈਗਾ, ਜਿਹੜਾ ਕਾਮਨ ਕੋਲਡ ਕਰਦਾ, ਜਿਹੜਾ ਮਤਲਬ ਕਿ ਸੀਜ਼ਨਲ ਜਿਹੜਾ ਫਲੂ ਆਪਾਂ ਕਹਿ ਸਕਦੇ ਹਾਂ ਜਾਂ ਕਾਮਨ ਕੋਲਡ, ਇਹ ਮਤਲਬ ਕਿ ਇੱਕ ਤੋਂ ਲੈ ਕੇ ਇੱਕ ਬੰਦੇ ਨੂੰ ਹੀ ਇਨਫੈਕਟ ਕਰਦਾ ਹੈਗਾ। ਸੋ ਇਹਦੀ ਸਪਰੈਡੇਬਿਲਿਟੀ ਬਹੁਤ ਘੱਟ ਹੈ, ਇਹਦੀ ਜਿਹੜੀ ਹੈ ਸਪਰੈਡੇਬਿਲਿਟੀ ਬਹੁਤ ਜ਼ਿਆਦਾ ਹੈਗੀ ਹੈ, ਇਹ ਇੱਕੋਦਮ ਫੈਲ ਰਿਹਾ ਹੈਗਾ। ਇਸੇ ਕਰਕੇ ਕਰੋਨਾ ਵਾਇਰਸ ਨੇ ਸਾਰੀ ਸਾਡੀ ਜਿਹੜੀ ਲਾਈਫ ਹੈ ਉਹ ਤਹਿਸ ਨਹਿਸ ਕਰਤੀ ਹੈ। ਇਸੇ ਕਰਕੇ ਤੁਹਾਨੂੰ ਕਿਹਾ ਜਾਂਦਾ ਕਿ ਭਾਈ 6 ਫੁੱਟ ਦੀ ਜਿਹੜੀ ਦੂਰੀ ਬਣਾ ਕੇ ਰੱਖੋ, ਕੁਆਰੰਟੀਨ ਦੇ ਵਿੱਚ ਰਹੋ, ਇਹਨੂੰ ਮਜ਼ਾਕ ਨਾ ਲਓ, ਇਹ ਬਹੁਤ ਸੀਰੀਅਸ ਇਸ਼ੂ ਹੈ, ਬਹੁਤ ਸੀਰੀਅਸ ਪ੍ਰੋਬਲਮ ਹੈ। ਤੁਹਾਡਾ ਕੁਝ ਨਹੀਂ ਜਾਣਾ, ਪਰ ਗਾਂ ਤੁਹਾਡੀਆਂ ਫੈਮਲੀਜ਼, ਤੁਹਾਡੇ ਬੱਚੇ, ਮਾਤਾਵਾਂ, ਬਜ਼ੁਰਗ, ਭਰਾ, ਹੈ ਨਾ, ਕੋਈ ਵੀ ਇਨਫੈਕਟ ਹੋ ਸਕਦਾ ਹੈਗਾ। ਤੁਸੀਂ ਤਾਂ ਇਨਫੈਕਸ਼ਨ ਘਰੇ ਲੈ ਕੇ ਆ ਜਾਓਗੇ ਨਾ, ਪਰ ਉਹਨਾਂ ਵਿਚਾਰਿਆਂ ਬਾਰੇ ਵੀ ਸੋਚੋ। ਇਸ ਕਰਕੇ ਕੁਆਰੰਟੀਨ ਕਰੋ, ਠੀਕ ਹੈ। ਜਿਹੜੀਆਂ ਪ੍ਰੋਪਰ ਪ੍ਰੀਕਾਸ਼ਨਸ ਨੇ, ਮੈਜਰਸ ਹੈਗੀਆਂ ਨੇ, ਉਹ ਲਓ ਤੁਸੀਂ, ਜਿੱਦਾਂ ਕਿ ਹੱਥ ਧੋਣੇ, ਹੈ ਨਾ, ਸਾਬਣ ਨਾਲ ਹੱਥ ਧੋਣੇ, ਜਦ ਤੱਕ ਫੋਮ ਨਹੀਂ ਬਣਦੀ 15-20 ਸੈਕਿੰਡ ਤੱਕ ਧੋਤੀ ਰੱਖੋ ਤੁਸੀਂ, ਮਤਲਬ ਕਿ ਸਾਬਣ ਲਗਾ ਕੇ ਰੱਖੋ, ਇੱਦਾਂ ਦੀਆਂ, ਹੈ ਨਾ, ਗਲਵਜ਼ ਪਾ ਕੇ ਰੱਖੋ, ਬੜੀਆਂ ਸਾਰੀਆਂ ਹੈਗੀਆਂ। ਇਨਫਲੂਐਂਜ਼ਾ ਵਾਇਰਸ ਜਿਹੜਾ ਹੈਗਾ ਇਹ ਤਾਂ ਸਿੰਪਲ ਦੀਆਂ ਚੀਜ਼ਾਂ ਕਰਦਾ, ਕਾਮਨ ਕੋਲਡ ਹੋ ਗਿਆ, ਫਰੈਂਜਾਈਟਸ ਹੋ ਗਿਆ, ਲੈਰੈਂਜਾਈਟਸ ਹੋ ਗਿਆ, ਇੱਦਾਂ ਦੀਆਂ ਚੀਜ਼ਾਂ ਕਰਕੇ ਚਲੋ ਇਹ ਖਤਮ ਹੋ ਜਾਂਦਾ, ਆਪਾਂ ਦਵਾਈ ਲੈਂਦੇ ਹਾਂ, ਚਲਾ ਜਾਂਦਾ ਹੈਗਾ। ਅਤੇ ਆਪਾਂ ਗ੍ਰਾਫ 'ਤੇ ਡਰਾ ਕੀਤਾ ਹੈਗਾ, ਇਹ COVID-19 ਵਾਸਤੇ ਹੈ, COVID-19 ਵਾਸਤੇ ਹੈ। ਜਿਹੜੀ ਆਹ ਕਰਵ ਹੈਗੀ ਦੇਖੋ ਕਿੰਨੀ ਉੱਪਰ ਜਾ ਰਹੀ, ਇੱਕੋਦਮ ਜਲਦੀ। ਸੋ ਇਟਸ ਮੋਰ ਦੈਨ 1, ਰਾਈਟ, ਆਰ ਨਾਟ ਇਜ਼ ਮੋਰ ਦੈਨ 1। ਜੇ ਹੁਣ ਆਪਾਂ ਦੇਖੀਏ ਕਿ ਜਿਹੜਾ ਹੈਗਾ ਇਨਫਲੂਐਂਜ਼ਾ, ਰਾਈਟ, ਜਿਹੜਾ ਫਲੂ ਹੈ, ਬੇਸਿਕਲੀ ਉਹਦੀ 1 ਹੀ ਆ ਆਲਮੋਸਟ, ਰਾਈਟ। ਉਹਦੀ ਜਿਹੜੀ ਲਾਈਨ ਆ ਉਹ ਸਿੱਧੀ ਹੈ, ਤਾਂ ਆਰ ਨਾਟ ਇਜ਼ 1। ਸੋ ਸਾਡਾ ਟੀਚਾ ਕੀ ਹੈ, ਸਾਡਾ ਏਮ ਕੀ ਹੈ, ਵਟ ਇਜ਼ ਆਰ ਟਾਰਗੇਟ? ਆਰ ਟਾਰਗੇਟ ਇਜ਼ ਟੂ ਬ੍ਰਿੰਗ ਇਟ ਡਾਊਨ, ਰਾਈਟ। ਸੋ ਅਸੀਂ ਕੀ ਕਰ ਰਹੇ ਹਾਂ, ਅਸੀਂ ਇਹਨੂੰ ਇੱਥੇ ਲੈ ਕੇ ਆਉਣਾ ਹੈਗਾ। ਸਾਡਾ ਮੇਨ ਮਕਸਦ ਕੀ ਹੈ ਕਿ ਟੂ ਬ੍ਰਿੰਗ ਇਟ ਲਾਈਕ ਹੀਅਰ, ਇੱਦਾਂ ਲੈ ਕੇ ਆਉਣਾ ਆਪਾਂ। ਇਹ ਸਾਡਾ ਟੀਚਾ ਹੈਗਾ। ਇਹ ਤਦ ਹੀ ਹੋਊਗਾ ਜੋ ਤੁਸੀਂ ਕੁਆਰੰਟੀਨ ਕਰੋਗੇ, ਜੋ ਤੁਸੀਂ ਮਾਸਕ ਪਾਓਗੇ, ਜੋ ਤੁਸੀਂ ਹੈਂਡ ਵਾਸ਼ ਕਰੋਗੇ, ਜੋ ਤੁਸੀਂ ਬਾਕੀ ਸਟ੍ਰਿਕਟ ਪ੍ਰੀਕਾਸ਼ਨਸ ਲਓਗੇ, ਜੋ ਤੁਸੀਂ 6 ਫੁੱਟ ਦੀ ਦੂਰੀ ਬਣਾ ਕੇ ਰੱਖੋਗੇ, ਠੀਕ ਹੈ ਜੀ। ਸੋ ਇਹ ਬਹੁਤ ਹੀ ਇੰਪੋਰਟੈਂਟ ਹੈਗਾ। ਅਤੇ ਇੱਕ ਹੋਰ ਚੀਜ਼ ਹੈਗੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਆ, ਉਹ ਹੈਗੀ ਆ ਸੀਰੀਜ਼ ਇੰਟਰਵਲ ਹੁੰਦਾ ਇੱਕ। ਉਹ ਮੈਂ ਤੁਹਾਨੂੰ ਦੱਸਦਾ ਹੈਗਾ ਵਾਟ ਇਜ਼ ਸੀਰੀਜ਼ ਇੰਟਰਵਲ। ਸੀਰੀਜ਼ ਇੰਟਰਵਲ, ਠੀਕ ਹੈ ਜੀ। ਆਹ ਪੇਸ਼ੈਂਟ A ਹੈਗਾ, ਪੇਸ਼ੈਂਟ A ਨੂੰ ਇਨਫੈਕਸ਼ਨ ਹੋ ਗਈ ਆ, 0 ਡੇ ਆ, ਅਤੇ ਮਤਲਬ ਕਿ ਇਹਨੂੰ ਇੱਥੇ ਜਿਹੜੀਆਂ ਸਿੰਪਟਮਸ ਹੈਗੀਆਂ, ਨਜ਼ਲਾ, ਜ਼ੁਕਾਮ, ਬੁਖਾਰ ਸਭ ਸ਼ੁਰੂ ਹੋ ਗਿਆ ਡੇ 0 ਤੋਂ, ਅਤੇ 14 ਦਿਨ ਤੱਕ ਇਹਨੂੰ ਰਿਹਾ ਹੈਗਾ ਪੇਸ਼ੈਂਟ A ਨੂੰ। ਸਿੰਪਟਮਸ ਆਈਆਂ ਇਹਨੂੰ 0 ਡੇ 'ਤੇ ਹੀ, ਹੈ ਨਾ ਜੀ, 1 2 3 4 14 ਦਿਨ ਤੱਕ। ਹੁਣ ਇੱਕ ਪੇਸ਼ੈਂਟ B ਹੈਗਾ ਜਿਹੜਾ ਇਹਦੇ ਕੰਟੈਕਟ ਵਿੱਚ ਆਇਆ, ਜਿਹਨੇ ਸਾਡੀ ਗੱਲ ਨਹੀਂ ਮੰਨੀ, ਠੀਕ ਹੈ, ਉਹਨੇ ਸਾਡੀ ਗੱਲ ਨਹੀਂ ਮੰਨੀ ਹੈਗੀ, ਅਤੇ ਉਹਦੇ ਕੰਟੈਕਟ ਵਿੱਚ ਆਇਆ, ਅਤੇ ਮੰਨ ਲਓ ਕਿ ਉਹਨੂੰ ਇੱਥੋਂ ਡੇ ਆ ਜਿਹੜਾ ਸੀ ਨਾ, ਹਾਲੇ ਦੂਜਾ ਦਿਨ ਹੀ ਸੀਗਾ ਇਸ ਪੇਸ਼ੈਂਟ ਦਾ, ਇਹਨੂੰ ਤਾਂ 0 ਡੇ ਤੋਂ ਹੀ ਸ਼ੁਰੂ ਹੋ ਗਈਆਂ, ਪਰ ਜਦੋਂ ਇਹਦੇ 2 ਦਿਨ ਲੰਘ ਗਏ, ਇਹਦੇ ਕੰਟੈਕਟ ਵਿੱਚ ਆਇਆ, ਅਤੇ ਇਹਨੂੰ ਇੱਥੋਂ ਇਨਫੈਕਸ਼ਨ ਸ਼ੁਰੂ ਹੋਈ, ਅਤੇ ਇਹਦੇ 14 ਦਿਨ ਇੱਥੋਂ ਤੱਕ ਰਹੀ, ਠੀਕ ਹੈ ਜੀ, ਇਹਦਾ 0 ਡੇ। ਦੇਖੋ, ਸੋ ਹੋਇਆ ਕਿ ਬੇਸਿਕਲੀ ਜਿਹੜਾ ਆਹ ਇੰਟਰਵਲ ਆ, ਜਿਹੜੇ 2 ਦਿਨ ਹੈਗੇ ਆ, ਆਹ 2 ਦਿਨ ਦੇ ਵਿੱਚ ਪੇਸ਼ੈਂਟ B ਨੇ ਇਨਫੈਕਸ਼ਨ ਕੈਚ ਕਰ ਲਈ ਹੈਗੀ, ਠੀਕ ਹੈ। ਸੋ ਜੇ ਆਪਾਂ ਇਹਨਾਂ ਨੂੰ ਕੰਪੇਅਰ ਕਰੀਏ ਕੋਵਿਡ ਦੇ ਪੇਸ਼ੈਂਟ ਨੂੰ ਇਨਫਲੂਐਂਜ਼ਾ ਦੇ ਪੇਸ਼ੈਂਟ ਦੇ ਨਾਲ, ਅਤੇ ਹੁੰਦਾ ਕੀ ਆ, ਜਿਹੜੀ ਕੋਵਿਡ ਦੀ ਪੇਸ਼ੈਂਟ ਦੀ ਜਿਹੜੀ ਸੀਰੀਜ਼ ਇੰਟਰਵਲ ਹੈਗੀ ਆ, ਮਤਲਬ ਕਿ ਮੈਂ ਥੋੜ੍ਹਾ ਜਿਹਾ ਕੈਮਰਾ ਉੱਪਰ ਕਰਕੇ ਤੁਹਾਨੂੰ ਦਿਖਾਉਣਾ ਹੈਗਾ ਕਿ ਮੰਨ ਲਓ ਕਿ ਆਹ ਕੋਵਿਡ ਦਾ ਪੇਸ਼ੈਂਟ ਆ, ਠੀਕ ਹੈ। ਕੋਵਿਡ ਦੇ ਪੇਸ਼ੈਂਟ ਨੇ ਅੱਗੇ ਜਾ ਕੇ ਇੱਕ ਹੋਰ ਪੇਸ਼ੈਂਟ ਨੂੰ ਇਨਫੈਕਟ ਕੀਤਾ, ਇਹ ਲੱਗਦੇ ਹੈਗੇ ਨੇ 5 ਤੋਂ 7 ਦਿਨ। ਜਿਹੜਾ ਸੀਰੀਜ਼ ਇੰਟਰਵਲ ਹੈਗਾ ਕੋਵਿਡ ਦੇ ਪੇਸ਼ੈਂਟ ਦਾ 5 ਤੋਂ 7 ਦਿਨ ਹੈ। ਪਰ ਜਿਹੜਾ ਇਨਫਲੂਐਂਜ਼ਾ ਦਾ ਪੇਸ਼ੈਂਟ ਹੈਗਾ, ਉਹ ਇਹਨੇ ਦੂਜੇ ਪੇਸ਼ੈਂਟ ਨੂੰ ਇਨਫੈਕਟ ਕੀਤਾ, ਇਹਦੇ ਸਿਰਫ 2 ਦਿਨ ਲੱਗਦੇ ਆ, ਠੀਕ ਹੈ। ਹੁਣ ਤੁਸੀਂ ਮਤਲਬ ਕਿ ਅੰਦਾਜ਼ਾ ਲਗਾਓ, ਕੋਵਿਡ ਦੇ ਪੇਸ਼ੈਂਟ ਦੇ ਜ਼ਿਆਦਾ ਦਿਨ ਲੱਗਦੇ ਆ, ਆਰ ਨਾਟ ਜਿਹੜੀ ਰੇਸ਼ੋ ਹੈਗੀ ਆ, ਆਰ ਨਾਟ ਰੇਸ਼ੋ ਜ਼ਿਆਦਾ ਹੈਗੀ ਆ,
ਠੀਕ ਹੈ। ਤੇ ਲੇਕਿਨ ਸੀਰੀਜ਼ ਇੰਟਰਵਲ ਜਿਹੜਾ ਉਹ ਵੀ ਜ਼ਿਆਦਾ ਹੈਗਾ, ਪਰ ਜੇ ਕਿਤੇ ਸੀਰੀਜ਼ ਇੰਟਰਵਲ ਘੱਟ ਹੁੰਦਾ, ਠੀਕ ਆ, ਤੇ ਤੁਸੀਂ ਹਿਸਾਬ ਲਗਾਓ ਕਿ ਇਹ ਤਾਂ ਟੋਟਲੀ ਇਹਨੇ ਪੂਰਾ ਵਰਲਡ ਹੀ ਰੂਇਨ ਕਰ ਦੇਣਾ ਸੀਗਾ। ਸੋ ਇਨਫਲੂਐਂਜ਼ਾ ਦੇ ਕੇਸ ਦੇ ਵਿੱਚ ਐਕਚੁਅਲੀ ਸੀਰੀਜ਼ ਇੰਟਰਵਲ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਜਿਹੜੀ ਇਨਫੈਕਸ਼ਨ ਦੂਜੇ ਤੀਜੇ ਦਿਨ ਹੀ ਹੋ ਜਾਂਦੀ ਆ, ਪਰ ਕੋਵਿਡ ਦੇ ਪੇਸ਼ੈਂਟ 'ਚ ਇੱਕ ਕੋਵਿਡ ਪੇਸ਼ੈਂਟ ਤੋਂ ਦੂਜੇ ਕੋਵਿਡ ਪੇਸ਼ੈਂਟ ਦੇ ਇਨਫੈਕਸ਼ਨ ਜਿਹੜੀ ਹੈਗੀ ਉਹ 5 ਤੋਂ 7 ਦਿਨ ਲੱਗਦੇ ਹੈਗੇ ਆ, ਠੀਕ ਹੈ ਜੀ, ਜਿਹੜੀਆਂ ਸਿੰਪਟਮਸ ਅਪੀਅਰ ਹੁੰਦੀਆਂ ਨੇ। ਤਾਂ ਸੀਰੀਜ਼ ਇੰਟਰਵਲ ਇਹਦੇ 'ਚ ਵੱਡਾ ਔਰ ਨਾਟ ਵੀ ਵੱਡੀ ਆ, ਠੀਕ ਹੈ, ਪਰ ਜੇ ਸੀਰੀਜ਼ ਇੰਟਰਵਲ ਘਟ ਜਾਂਦਾ, ਔਰ ਨਾਟ ਵਧਿਆ ਹੋਇਆ, ਜੇ ਸੀਰੀਜ਼ ਇੰਟਰਵਲ ਘਟ ਜਾਵੇ ਤੇ ਬਹੁਤ ਹੀ ਵੱਡਾ ਡਿਜ਼ਾਸਟਰ ਹੋਣ ਦੇ ਡਰ ਆ, ਮਤਲਬ ਕਿ ਬਹੁਤ ਜ਼ਿਆਦਾ ਦੁਨੀਆ ਤਬਾਹ ਹੋ ਜਾਏਗੀ, ਹੋਰ ਲੋਕੀ ਬਹੁਤ ਜ਼ਿਆਦਾ ਮਰ ਜਾਣਗੇ, 10-15 ਗੁਣਾ ਜ਼ਿਆਦਾ ਮਰ ਜਾਣਗੇ। ਜਿਹੜਾ ਇਹ ਵਾਇਰਸ ਹੈ ਕਿੱਦਾਂ ਫੈਲਦਾ ਕਿਵੇਂ ਹੈਗਾ, ਆਉਂਦਾ ਕਿੱਥੋਂ ਹੈਗਾ, ਜਿਹੜੇ ਦੇ ਫੈਲਣ ਦੇ ਜਿਹੜੇ ਕਾਰਨ ਹੈਗੇ ਆ ਉਹ ਇੱਕ ਤਾਂ ਹੈਗਾ ਫੀਕਲ ਓਰਲ ਰਾਊਟ ਹੈਗਾ, ਮਤਲਬ ਕਿ ਮੰਨ ਲਓ ਕਿ ਆਹ ਟੋਇਲਟ ਸੀਟ ਹੈਗੀ ਆ, ਰਾਈਟ, ਤੇ ਮਤਲਬ ਕਿ ਆਹ ਟੋਇਲਟ ਸੀਟ ਇੱਥੋਂ ਬੰਦਾ ਜਾਂਦਾ ਹੈਗਾ, ਟੋਇਲਟ ਸੀਟ ਤੋਂ ਕਿਸੇ ਇਹਨੇ ਇੱਕ ਹੋਰ ਬੰਦੇ ਨੂੰ ਇਨਫੈਕਟ ਕਰਤਾ, ਠੀਕ ਹੈ, ਜਾਂ ਆਹ ਬੰਦੇ ਨੇ ਆ ਕੇ ਟੋਇਲਟ ਸੀਟ ਸੀ, ਇਹ ਬੰਦਾ ਇਨਫੈਕਟਡ ਸੀਗਾ ਇੱਥੇ, ਠੀਕ ਹੈ, ਟੋਇਲਟ ਸੀਟ 'ਤੇ, ਉਹ ਮੈਨੂੰ ਬਣਾਉਣੀ ਨਹੀਂ ਆਉਂਦੀ ਟੋਇਲਟ ਸੀਟ, ਪਰ ਐਨੀਵੇਜ਼, ਠੀਕ ਹੈ, ਤੇ ਇਹ ਬੰਦਾ ਇਨਫੈਕਟਡ ਸੀ, ਇਹਨੇ ਆ ਕੇ ਇੱਥੇ ਸਰਫੇਸ ਨੂੰ ਟੱਚ ਕਰ ਲਿਆ ਹੈਗਾ। ਪਰ ਜਿਹੜਾ ਦੂਜਾ ਰਾਊਟ ਹੈਗਾ ਨਾ, ਉਹ ਮੇਨਲੀ ਹੈਗਾ ਰੈਸਪੀਰੇਟਰੀ ਰਾਊਟ, ਠੀਕ ਹੈ ਜੀ। ਉਹ ਕਿੱਦਾਂ ਹੈਗਾ, ਉਹ ਇਹ ਹੈਗਾ ਕਿ ਆਹ ਬੰਦਾ ਹੈਗਾ, ਠੀਕ ਹੈ, ਇਹਨੇ ਕੀ ਕੀਤਾ ਕਿ ਇਸ ਬੰਦੇ ਨੇ, ਇਹਨੂੰ ਖਾਂਸੀ ਆਈ ਜਾਂ ਇਹਨੂੰ ਛਿੱਕ ਆਈ, ਖਾਂਸੀ ਆਈ, ਛਿੱਕ ਆਈ, ਇਹਨੇ ਇਹ ਛਿੱਕ ਪਿਆ, ਤੇ ਇਹਨੇ ਕੀ ਕੀਤਾ ਕਿ ਜਿਹੜੇ ਇਹਦੇ ਰੈਸਪੀਰੇਟਰੀ ਡ੍ਰੌਪਲੇਟਸ ਨੇ ਨਾ, ਠੀਕ ਹੈ ਜੀ, ਇਹਦੇ ਰੈਸਪੀਰੇਟਰੀ ਡ੍ਰੌਪਲੇਟਸ ਉਹ ਇੱਥੇ ਆ ਗਏ ਮੰਨ ਲਓ, ਠੀਕ ਹੈ। ਹੁਣ ਇਹ ਸਾਰਾ ਜਿਹੜਾ ਹੈਗਾ ਗ੍ਰੇ ਏਰੀਆ ਹੈਗਾ, ਹਵਾ ਦੇ ਵਿੱਚ ਗੱਲਾਂ ਨੇ, ਕਿਸੇ ਨੂੰ ਹਾਲੇ ਬਾਅਦ ਵਿੱਚ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ। ਓਕੇ, ਸੋ ਜਿਹੜੀ ਨਿਊ ਰਿਸਰਚ ਆ ਰਹੀ ਹੈ, ਨਵੀਆਂ ਸਟੱਡੀਜ਼, ਬਹੁਤ ਜ਼ਿਆਦਾ ਸਟੱਡੀਜ਼ ਹੋ ਰਹੀਆਂ ਨੇ, ਜਿਹੜੀ ਨਵੀਂ ਰਿਸਰਚ ਆ ਰਹੀ ਹੈ ਉਹਦੇ ਮੁਤਾਬਕ ਜਿਹੜੇ ਰੈਸਪੀਰੇਟਰੀ ਡ੍ਰੌਪਲੇਟਸ ਨੇ ਹਵਾ ਦੇ ਵਿੱਚ 3 ਤੋਂ 6 ਘੰਟੇ ਤੱਕ ਰਹਿੰਦੇ ਆ, ਠੀਕ ਹੈ, ਕਿਸੇ ਵੀ ਸਰਫੇਸ ਦੇ ਉੱਤੇ, ਜਿੱਦਾਂ ਵੁਡਨ ਸਰਫੇਸ ਆ, ਪਲਾਸਟਿਕ ਸਰਫੇਸ ਆ, ਮੈਟਲ ਸਰਫੇਸ ਤੱਕ 24 ਘੰਟੇ ਤੱਕ ਰਹਿ ਸਕਦੇ ਆ, ਠੀਕ ਹੈ। ਹੁਣ ਮੰਨ ਲਓ ਕਿ ਇਸ ਬੰਦੇ ਤੱਕ ਮੰਨ ਲਓ ਕਿ ਜਿਹੜੀ ਦੂਰੀ ਆ ਉਹ 6 ਫੁੱਟ ਤੋਂ ਘੱਟ ਸੀਗੀ, ਇਹਨੇ ਛਿੱਕ ਮਾਰੀ, 3 ਤੋਂ 6 ਘੰਟੇ ਦੇ ਵਿੱਚ ਇਹ ਬੰਦਾ ਉਸ ਏਰੀਏ 'ਚੋਂ ਨਿਕਲਿਆ, ਜਾਂ ਇਹ ਬੰਦਾ ਇਹਦੇ ਕੰਟੈਕਟ ਵਿੱਚ ਆਇਆ, ਔਰ ਜਿਹੜੀ ਦੂਰੀ ਹੈਗੀ ਉਹ 6 ਫੁੱਟ ਤੋਂ ਘੱਟ ਸੀਗੀ, ਤੇ ਇਹ ਬੰਦਾ ਵੀ ਇਨਫੈਕਟ ਹੋ ਗਿਆ, ਜਾਂ ਇਹਨੇ ਮੰਨ ਲਓ ਕਿਸੇ ਵੁੱਡ ਦੇ ਸਰਫੇਸ ਨੂੰ ਜਾਂ ਮੈਟਲ ਦੇ ਸਰਫੇਸ ਨੂੰ ਜਿਹੜਾ ਹੈਗਾ ਇਹਨੇ ਆ ਕੇ ਟੱਚ ਕਰ ਲਿਆ, ਠੀਕ ਹੈ। ਹੁਣ ਇੱਥੇ ਸਾਡੇ ਸੈਨ ਫਰਾਂਸਿਸਕੋ ਦੇ ਵਿੱਚ ਕੀ ਹੋਇਆ ਸੀ ਕਿ ਜਿਹੜੇ 2 ਸ਼ਿਪ ਆਏ ਸੀਗੇ ਇੱਥੇ, ਇੱਕ ਆਇਆ ਸੀਗਾ ਡਾਇਮੰਡ ਪ੍ਰਿੰਸੈਸ, ਇੱਕ ਆਇਆ ਸੀਗਾ ਗ੍ਰੈਂਡ ਪ੍ਰਿੰਸੈਸ। ਉਹਨਾਂ ਨੂੰ ਜਦੋਂ ਇੱਥੇ ਲਿਆਂਦਾ ਸੀਗਾ, ਬਾਹਰ ਪਾਣੀ ਦੇ ਵਿੱਚ ਹੀ ਉਹਨਾਂ ਨੂੰ ਰੁਕਾਇਆ ਹੋਇਆ ਸੀ। ਉਦੋਂ ਉਹਦੇ ਪੇਸ਼ੈਂਟ ਸਾਰੇ ਕੱਢਣ ਤੋਂ ਬਾਅਦ 17 ਦਿਨਾਂ ਬਾਅਦ ਜਦੋਂ ਉਹਦੇ ਸੈਂਪਲ ਲੈ ਪਲਾਸਟਿਕ ਦੇ ਉੱਤੋਂ, ਜਦੋਂ ਸੈਂਪਲ ਲੈਣ ਦੇ 17 ਦਿਨ ਦੇ ਬਾਵਜੂਦ ਵੀ ਜਿਹੜਾ ਸੀ ਨਾ, ਕੀ ਸੀ ਕਿ ਜਿਹੜਾ ਕਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ। ਸੋ ਇਹ ਸਾਰੇ ਗ੍ਰੇ ਏਰੀਆਜ਼ ਨੇ, ਸੋ ਜਸਟ ਬੀ ਕੇਅਰਫੁਲ ਕਿ ਵਾਇਰਸ ਬਹੁਤ ਦੇਰ ਤੱਕ ਜਿੰਦਾ ਰਹਿ ਸਕਦਾ। ਇੱਕ ਸ਼ਬਦ ਅਕਸਰ ਹੀ ਆਉਂਦਾ ਹੈਗਾ ਕਮਿਊਨਿਟੀ ਸਪਰੈਡ। ਕਮਿਊਨਿਟੀ ਸਪਰੈਡ ਇਹੀ ਹੁੰਦਾ ਹੈ ਕਿ ਕੋਈ ਬੰਦਾ ਕਿਸੇ ਦੇ ਟੱਚ ਵਿੱਚ ਨਹੀਂ ਆਇਆ ਹੈਗਾ, ਕੋਈ ਬੰਦਾ ਕਿਸੇ ਇਨਫੈਕਟਡ ਬੰਦੇ ਦੇ ਟੱਚ ਵਿੱਚ ਨਹੀਂ ਆਇਆ, ਉਹਦੀ ਕੋਈ ਟਰੈਵਲ ਦੀ ਹਿਸਟਰੀ ਨਹੀਂ ਹੈਗੀ, ਉਹਨੂੰ ਘਰੇ ਬੈਠਣ ਨੂੰ ਹੀ ਹੋ ਗਿਆ, ਠੀਕ ਹੈ। ਉਹਦੇ ਕਈ ਰੀਜ਼ਨਸ ਆ ਰਹੇ ਨੇ, ਕੋਈ ਮੰਨ ਕੋਈ ਬਾਹਰੋਂ ਆ ਕੇ ਗਰੋਸਰੀ ਦੇ ਗਿਆ, ਠੀਕ ਆ, ਜਾਂ ਸਮਹਾਓ ਕੋਈ ਕਿਸੇ ਹੋਰ ਦੇ ਟੱਚ ਵਿੱਚ ਆਇਆ, ਉਹ ਬੰਦਾ ਜਿਹੜਾ ਸੀ ਇਹਦੇ ਟੱਚ ਵਿੱਚ ਆਇਆ, ਇਸ ਤਰ੍ਹਾਂ ਹੋ ਗਿਆ, ਜਾਂ ਉਹਨੂੰ 에ਅਰ ਦੇ ਵਿੱਚੋਂ ਹੀ ਹੋ ਗਿਆ। ਜਿਹੜੇ ਰੈਸਪੀਰੇਟਰੀ ਡ੍ਰੌਪਲੇਟ ਸੀ 3 ਤੋਂ 6 ਘੰਟੇ ਤੱਕ ਜਿਹੜਾ ਵਾਇਰਸ ਜਿਉਂਦਾ ਰਹਿੰਦਾ ਹੈਗਾ, ਇੱਥੋਂ ਹੋ ਗਿਆ। ਉਹ ਕਮਿਊਨਿਟੀ ਸਪਰੈਡ ਦੇ ਕੇਸਿਸ ਨੇ ਜਿੱਥੇ ਕੋਈ ਟਿਪੀਕਲ ਹਿਸਟਰੀ ਨਹੀਂ ਮਿਲਦੀ ਹੈਗੀ ਕਿ ਇਹ ਬੰਦਾ ਜਿਹੜਾ ਹੈਗਾ ਉਹ ਬੀ ਇਨਫੈਕਟਡ ਬੰਦੇ ਦੇ ਨਾਲ ਡਾਇਰੈਕਟ ਕੰਟੈਕਟ ਵਿੱਚ ਆਇਆ ਹੈਗਾ, ਠੀਕ ਹੈ ਜੀ।